आकाशवाणी चंडीगढ़ तो पेश है समाचार दर्शन। ਅੱਜ ਦੇ ਅੰਕ ਵਿੱਚ ਸ਼ਾਮਲ ਹੈ ਕੋਵਿਡ-19 ਦੀ ਸੰਭਾਵਿਤ ਤੀਜੀ ਲਹਿਰ ਨਾਲ ਨਜਿੱਠਣ ਦੀਆਂ ਤਿਆਰੀਆਂ, ਕੋਵਿਡ ਉਚਿਤ ਵਿਵਹਾਰ ਦੀ ਪਾਲਣਾ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਰੱਦ ਹੋਣ ਤੇ ਲੋਕਾਂ ਦਾ ਪ੍ਰਤੀਕਰਮ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ ਕੋਵਿਡ-19 ਦੀ ਸੰਭਾਵਿਤ ਤੀਜੀ ਲਹਿਰ ਨਾਲ ਨਜਿੱਠਣ ਲਈ ਪਹਿਲਾਂ ਤੋਂ ਹੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਮੋਹਾਲੀ ਵਿਖੇ ਕੀਤੇ ਜਾ ਰਹੇ ਪ੍ਰਬੰਧਾਂ ਬਾਰੇ ਸਿਵਲ ਸਰਜਨ ਡਾਕਟਰ ਆਦਰਸ਼ਪਾਲ ਕੌਰ ਨੇ ਦੱਸਿਆ। ਸਭ ਤੋਂ ਪਹਿਲੀ ਚੀਜ਼ ਹੈ, ਹਰ ਹਸਪਤਾਲ ਵਿੱਚ ਆਕਸੀਜਨ ਪਲਾਂਟ ਲੱਗ ਰਿਹਾ, ਜਿਹੜਾ ਕਿ ਸਾਨੂੰ ਬਾਹਰੋਂ ਆਕਸੀਜਨ ਲੈਣ ਦੀ ਲੋੜ ਨਹੀਂ ਪਏਗੀ। ਸਾਡੇ ਸਿਲੰਡਰ ਭਰੇ ਜਾਣਗੇ ਤੇ ਸਾਡੀ ਰਿਕੁਆਇਰਮੈਂਟ ਹਸਪਤਾਲ ਦੇ ਅੰਦਰ ਹੀ ਪੂਰੀ ਹੋ ਜਾਏਗੀ। ਸੋ ਆਕਸੀਜਨ ਦੀ ਕਮੀ ਨਾ ਆਵੇ, ਇਸ ਲਈ ਇਹ ਕੰਮ ਹੋ ਰਿਹਾ ਹੈ। ਨੰਬਰ 2 ਤੇ ਅਸੀਂ ਆਪਣੀ ਬੈੱਡ ਕਪੈਸਿਟੀ ਵਧਾ ਰਹੇ ਹਾਂ। ਪਹਿਲਾਂ ਜੋ ਇਸ ਵਾਰੀ 120 ਤੱਕ ਅਸੀਂ ਵਧਾਈ ਸੀ, ਉਹਦੇ ਵਿੱਚ 30 ਬੈੱਡ ਦਾ ICU ਲੈਵਲ 3 ਦੀ ਫੈਸਿਲਿਟੀ ਮੈਡੀਕਲ ਕਾਲਜ ਵੱਲੋਂ ਪ੍ਰਪੋਜ਼ਡ ਹੈ, ਉਹ ਚਲਾਉਣਗੇ। ਔਰ 100 ਬੈੱਡ ਦਾ ਟੈਂਪਰੇਰੀ ਹਸਪਤਾਲ ਆਰਮੀ ਵਾਲਾ ਪ੍ਰੀ ਫੈਬਰੀਕੇਟਡ ਸਟਰਕਚਰ ਦਾ ਉਹ ਬਣਾ ਰਹੇ ਹਾਂ। ਇਸ ਤੋਂ ਇਲਾਵਾ ਇਹ ਸਾਰਾ ਕੁਝ ਡਿਸਟ੍ਰਿਕਟ ਹਸਪਤਾਲ ਵਿੱਚ ਹੈ। ਇਨ ਐਡੀਸ਼ਨ ਟੂ ਦਿਸ 20 ਬੈੱਡ ਅਸੀਂ ਰਿਜ਼ਰਵ ਰੱਖੇ ਹੋਏ ਆ ਢਕੌਲੀ, ਉੱਥੇ ਵੀ ਆਕਸੀਜਨ ਪਲਾਂਟ ਲੱਗ ਰਿਹਾ, ਕੰਮ ਚੱਲ ਰਿਹਾ। ਤੇ ਸਰਕਾਰ ਨੇ ਡਾਕਟਰ ਨਵੇਂ ਭਰਤੀ ਕੀਤੇ ਆ, ਸਟਾਫ ਨਰਸਾਂ ਵੀ ਭਰਤੀ ਕਰਨ ਜਾ ਰਹੇ ਆ। ਸਟਾਫ ਨਰਸਾਂ ਨੂੰ ਬੱਚਿਆਂ ਵਾਸਤੇ ਟ੍ਰੇਨਿੰਗ ਦਿੱਤੀ ਜਾ ਰਹੀ ਹੈ, ਛੋਟੇ ਬੱਚਿਆਂ ਨੂੰ ਹੈਂਡਲ ਕਰਨ ਵਾਸਤੇ, ਕਿਉਂਕਿ ਅਸੀਂ ਇਹ ਜਿਵੇਂ ਉਮਰ ਘਟ ਰਹੀ ਹੈ, ਪਿਛਲੀ ਸਾਰੀ ਬਜ਼ੁਰਗਾਂ ਨੂੰ ਹੋਇਆ ਸੀ, ਇਸ ਵਾਰੀ ਥੋੜੇ ਜਵਾਨ ਬੰਦਿਆਂ ਨੂੰ ਹੋਇਆ। ਥਰਡ ਵੇਵ ਵਿੱਚ ਇਹ ਐਕਸਪੈਕਟਡ ਹੈ ਕਿ ਜੇ ਆ ਗਈ ਤਾਂ ਬੱਚੇ ਵੀ ਅਫੈਕਟ ਹੋਣਗੇ। ਸਿਹਤ ਮਹਿਕਮਾ ਪੂਰੇ ਜ਼ੋਰ ਸ਼ੋਰ ਨਾਲ ਥਰਡ ਵੇਵ ਦੀਆਂ ਤਿਆਰੀਆਂ ਕਰ ਰਿਹਾ। ਸਾਨੂੰ ਉਮੀਦ ਹੈ ਕਿ ਕਿਸੇ ਚੀਜ਼ ਦੀ ਕਮੀ ਨਹੀਂ ਆਏਗੀ। ਬੱਚਿਆਂ ਦੀ ਵੈਕਸੀਨੇਸ਼ਨ ਵਾਸਤੇ ਹਾਲੇ ਕੋਈ ਸਾਡੇ ਕੋਲੇ ICMR ਦੀ ਜਾਂ ਕਿਸੇ ਦੀ ਕੋਈ ਫੀਲਡ ਦੀ ਸਟੱਡੀ ਨਹੀਂ ਆਈ ਕਿ ਅਸੀਂ ਬੱਚਿਆਂ ਦੀ ਵੈਕਸੀਨੇਸ਼ਨ ਕਰ ਸਕੀਏ। ਵੈਕਸੀਨੇਸ਼ਨ ਹਾਲੇ ਤੱਕ 18 ਸਾਲ ਤੋਂ ਵੱਧ ਉਮਰ ਦੇ ਬੰਦਿਆਂ ਦੀ ਹੀ ਹੋਣੀ ਹੈ, ਅਡਲਟ ਦੀ। ਉਹਦੇ ਵਿੱਚ ਵੀ ਸਪੈਸੀਫਾਈਡ ਕੈਟੇਗਰੀਜ਼ ਹੈ। ਕੁਝ ਇੰਡਸਟਰੀ ਨੇ ਆਪਣੇ ਵਰਕਰ ਨੂੰ ਖੁਦ ਖਰੀਦ ਕੇ ਲਵਾਈ ਹੈ। ਹਸਪਤਾਲ ਪ੍ਰਾਈਵੇਟ ਹੈ, ਉਹਨਾਂ ਨੂੰ ਦਿੱਤੀ ਗਈ ਆ। ਉੱਥੇ 18 ਤੋਂ 44 ਦਾ ਕੋਈ ਵੀ ਲਵਾ ਸਕਦਾ ਹੈ। ਅਸੀਂ ਡਰ ਕੇ ਕੁਝ ਨਹੀਂ ਕਰ ਸਕਦੇ, ਅਸੀਂ ਇਹਦਾ ਸਾਹਮਣਾ ਹੀ ਕਰਾਂਗੇ, ਲੜਾਂਗੇ ਇਹਦੇ ਲਈ। ਮਹਿਕਮਾ ਪੂਰੀ ਤਰ੍ਹਾਂ ਮੁਸਤੈਦ ਹੈ ਤੇ ਇਸੇ ਲਈ ਜੋ ਤਿਆਰੀਆਂ ਤੁਹਾਨੂੰ ਦੱਸੀਆਂ, ਜਿਵੇਂ ਕਿ ਅਸੀਂ ਦਿੱਲੀ ਵਿੱਚ ਦੇਖਿਆ ਆਕਸੀਜਨ ਦੀ ਕਮੀ ਆਈ, ਬੈੱਡ ਦੀ ਕਮੀ ਆਈ, ਉਸ ਚੀਜ਼ ਨੂੰ ਦੇਖਦੇ ਹੋਏ ਅਸੀਂ ਆਕਸੀਜਨ ਦਾ ਪ੍ਰਬੰਧ ਪਹਿਲਾਂ ਹੀ ਹਰ ਹਸਪਤਾਲ ਦਾ ਅੰਦਰੋਂ ਹੀ ਕਰ ਰਹੇ ਹਾਂ ਕਿ ਬਾਹਰੋਂ ਆਕਸੀਜਨ ਦੀ ਲੋੜ ਨਾ ਪਵੇ। ਤੇ ਇਸੇ ਤਰ੍ਹਾਂ ਹੀ ਸਟਾਫ ਭਰਤੀ ਕੀਤਾ ਤੇ ਬੈੱਡ ਸਟਰੈਂਥ ਵਧਾਈ ਹੈ ਕਿ ਕੋਈ ਬਿਨਾਂ ਬੈੱਡ ਨਾ ਰਵੇ। ਬਹੁਤ ਸਾਰੇ ਆਕਸੀਜਨ ਕੰਸਨਟਰੇਟਰ ਸਾਡੇ ਕੋਲੇ ਆ ਚੁੱਕੇ ਹੈ, ਜਿਹੜੇ ਲੋਕਾਂ ਨੂੰ ਘਰਾਂ ਵਿੱਚ ਵੀ ਦਿੱਤੇ ਜਾ ਰਹੇ ਆ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ। ਔਰ ਇੱਕ ਮੋਬਾਈਲ ਬੱਸ ਵੀ ਚਾਲੂ ਕੀਤੀ ਹੈ, ਜਿਸ ਵਿੱਚ 20 ਬੈੱਡ ਦੀ ਕਪੈਸਿਟੀ ਹੈ, 10 ਬਾਹਰ ਲੱਗ ਸਕਦੇ, 10 ਅੰਦਰ। ਜਨਰੇਟਰ ਉਹਦੇ ਵਿੱਚ ਹੈ। ਆਕਸੀਜਨ ਡੋਰ ਸਟੈਪ ਤੇ ਵੀ ਪ੍ਰੋਵਾਈਡ ਕੀਤੀ ਜਾਏਗੀ ਔਰ ਬੇਸਿਕ ਮੈਡੀਕਲਿਟੀ ਪੋਸਟ ਕੋਵਿਡ ਕੇਸਾਂ ਨੂੰ ਜਾਂ ਮਾਈਲਡ ਕੋਵਿਡ ਨੂੰ ਡੋਰ ਸਟੈਪ ਤੇ ਦਿੱਤੀ ਜਾਏਗੀ। ਪੰਚਕੂਲਾ ਦੀ ਸੀਨੀਅਰ ਮੈਡੀਕਲ ਅਧਿਕਾਰੀ ਡਾਕਟਰ ਜਸਜੀਤ ਕੌਰ ਨੇ ਤੀਜੀ ਲਹਿਰ ਦੀ ਸੰਭਾਵਨਾ ਦਾ ਜ਼ਿਕਰ ਕਰਦਿਆਂ साडी पत्रकार नु दस्या, जैसा कि सभी सोर्सेज से लग रहा है कि थर्ड वेव कोविड की एक्सपेक्टेड है और कुछ सोर्सेज ये भी बता रहे हैं कि उसमें शायद पीडियाट्रिक्स के जो हमारे पेशेंट्स की संख्या बढ़ सकती है। तो उसको देखते हुए हमने पीडियाट्रिक्स आइसोलेशन बेड्स ऐड किए हैं। ऑलरेडी हमारा जो एक पीडियाट्रिक्स HDU यहाँ पे शुरुआत कर दी गई है, 9 बेड की उसमें प्रावधान कर लिया गया है। और इसके साथ ही जो इक्विपमेंट हैं, कंज्यूमेबल्स हैं, बच्चों के लिए जो कि कोविड में जिसकी ज़रूरत पड़ सकती है, उसकी तैयारी भी शुरू कर दी है। पहले जो कोविड के लिए हमने जनरल हॉस्पिटल सेक्टर 6 में 200+ बेड्स का अरेंजमेंट किया था। ऑक्सीजन के जो एडिशनल हमारी रिक्वायरमेंट को पूरा करने के लिए एक तो पहले ही हमने 300 LPM का एक ऑक्सीजन जनरेशन प्लांट लगा चुके हैं। कुछ पिछली वेव में हमें यह महसूस हुआ था कि ऑक्सीजन की स्टोरेज कैपेसिटी जो है थोड़ी सी कम है, तो उसके लिए एक एडिशनल स्टोरेज टैंक लिक्विड मेडिकल ऑक्सीजन के लिए भी सैंक्शन हो गया है, जिसको जल्दी ही बना दिया जाएगा। इसके साथ साथ हमारे जो नए बेड्स हैं, हमने थोड़े पेरिफेरल सेंटर्स में भी ऐड किए हैं। हमारे जो CHCs हैं या हमारे जो SDH हैं, वहाँ पे एडिशनल आइसोलेशन बेड्स और साथ ही साथ ऑक्सीजन जनरेशन प्लांट 300 LPM के, वो लगभग 30 या 40 बेड की जो ऑक्सीजन की रिक्वायरमेंट है उसको पूरा कर सकते हैं। उसके लिए गैस पाइपलाइन का ऑलरेडी सैंक्शन हो गया है, हमारी कमेटी ने विजिट कर लिया है और वहाँ पे गैस पाइपलाइन भी ऑक्सीजन के लिए एंड ऑक्सीजन जनरेशन प्लांट भी थर्ड वेव के तैयारी के लिए शुरुआत कर दी है।
ऑक्सीजन बेड्स बच्चों के लिए भी वहाँ पे अरेंजमेंट कर दिया जाएगा। आईसीयू के लिए हम जनरल हॉस्पिटल या जो हमारे टर्शरी केयर इंस्टीट्यूशंस हैं वहीं बच्चों के लिए प्रावधान किया जाएगा। ਖਰੜ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੱਲ ਇੱਕ ਕੋਵਿਡ ਦੇਖਭਾਲ ਕੇਂਦਰ ਦਾ ਉਦਘਾਟਨ ਕੀਤਾ ਗਿਆ। ਅੱਜ ਖਰੜ ਹਲਕੇ ਜੋ ਸਾਡੇ ਹਲਕੇ ਦੇ ਸੇਵਾਦਾਰ ਗਿੱਲ ਸਾਹਿਬ ਇਹਨਾਂ ਨੇ ਬੜੀ ਮਿਹਨਤ ਕਰਕੇ 25 ਬਿਸਤਰਿਆਂ ਦਾ ਕੋਵਿਡ ਸੈਂਟਰ ਅੱਜ ਖਰੜ ਖੋਲ੍ਹਿਆ, ਜਿੱਥੇ ਡਾਕਟਰ, ਨਰਸਿਸ, 에ਅਰ ਕੰਡੀਸ਼ਨ ਸੈਂਟਰ ਹੈ, ਦਵਾਈਆਂ, ਆਕਸੀਜਨ, ਹਰ ਕਿਸਮ ਦਾ ਪ੍ਰਬੰਧ ਗਿੱਲ ਸਾਹਿਬ ਨੇ ਫ੍ਰੀ ਕੀਤਾ ਸਰ ਆਪਣੇ ਕੋਲੋਂ। ਇਹ ਕੇਂਦਰ ਅਤੇ ਇਸ ਵਿੱਚ ਦਿੱਤੀਆਂ ਸਹੂਲਤਾਂ ਦਾ ਸਾਰਾ ਖਰਚਾ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਰਣਜੀਤ ਸਿੰਘ ਗਿੱਲ ਵੱਲੋਂ ਕੀਤਾ ਗਿਆ। ਉਹਨਾਂ ਦਾ ਕਹਿਣਾ ਹੈ, ਅਸੀਂ ਅੱਜ ਦੇਖੋ ਦੇਸ਼ ਸਾਡਾ ਬਹੁਤ ਇੱਕ ਬੜੇ ਔਖੇ ਸਮੇਂ ਚੋਂ ਨਿਕਲ ਰਿਹਾ। ਕਰੋਨਾ ਦੀ ਦੂਜੀ ਜਿਹੜੀ ਵੇਵ ਆਈ ਹੈ, ਬਹੁਤ ਵੱਡੀ ਮਾਰ ਪਈ ਸਾਡੇ ਦੇਸ਼ ਤੇ, ਵੀ ਆਪਾਂ ਜੋ ਵੀ ਕੁਝ ਕਰ ਸਕਦੇ ਹਾਂ ਲੋਕਾਂ ਦੇ ਨਾਲ ਖੜੀਏ। ਸੋ ਉਸੇ ਕੜੀ ਦੇ ਤਹਿਤ ਅਸੀਂ ਅੱਜ 25 ਬਿਸਤਰਿਆਂ ਦਾ ਇੱਕ ਆਈਸੋਲੇਸ਼ਨ ਕੋਵਿਡ ਕੇਅਰ ਸੈਂਟਰ ਬਣਾਇਆ ਤੇ 25 ਬਿਸਤਰਿਆਂ ਦਾ ਬਣਾਇਆ ਤੇ ਇਹਦੇ ਵਿੱਚ ਆਕਸੀਜਨ ਦਾ ਇੰਤਜ਼ਾਮ ਹੈ, ਡਾਕਟਰ ਤੇ ਨਰਸਾਂ ਦਾ ਇੰਤਜ਼ਾਮ ਹੈ, ਖਾਣਾ ਫ੍ਰੀ ਹੈ, ਦਵਾਈਆਂ ਫ੍ਰੀ ਹੈ, तो ਆਕਸੀਜਨ ਫ੍ਰੀ ਹੈ। ਇਹ ਲੈਵਲ 1 ਦਾ ਹੈ। ਅਗਰ ਕਿਸੇ ਨੂੰ ਕੋਈ ਜ਼ਿਆਦਾ ਪ੍ਰੋਬਲਮ ਹੁੰਦੀ ਹੈ, ਉਹਨੂੰ ਵੈਂਟੀਲੇਟਰ ਦੀ ਲੋੜ ਪੈਂਦੀ ਹੈ ਲੈਵਲ 2, 3 ਤੇ, ਤਾਂ ਅਸੀਂ ਉਹਨੂੰ ਐਂਬੂਲੈਂਸ ਦਾ ਪ੍ਰਬੰਧ ਆ ਸਾਡੇ ਕੋਲ, ਇਮੀਡੀਏਟ ਅਸੀਂ ਉਹਨੂੰ ਹਸਪੀਟਲ ਸ਼ਿਫਟ ਕਰਦੇ। ਹੈਲਪਲਾਈਨ ਨੰਬਰ ਹੈਗੇ ਨੇ ਜੀ, ਤੁਸੀਂ ਇਹਨਾਂ ਨੰਬਰਾਂ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ 8725 004297। दूसरा नंबर है जी 8968085217। फिर मैं दोबारा बोलता हूँ 8725004297। दूसरा है जी 8968085217। ਸਿਰਸਾ ਦੇ ਉਪ ਮੁੱਖ ਚਿਕਿਤਸਾ ਅਧਿਕਾਰੀ ਡਾਕਟਰ ਬੁੱਧਰਾਮ ਨੇ ਵੀ ਸਾਡੇ ਪੱਤਰਕਾਰ ਨਾਲ संभावित तीजी लहर ਲਈ ਕੀਤੇ जा रहे प्रबंधों बारे गलबात की। हमारी तरफ से हिदायत भी आई है हेडक्वार्टर से, तो हमने अभी 12 बेड आइडेंटिफाई किए हैं बच्चों के लिए सर्जिकल वार्ड में। उसमें से हमने 12 बेड टोटल पीडियाट्रिक्स के किए हैं, जिसके अंदर हमने 8 बेड कोविड पीडियाट्रिक्स के लिए किए हैं। इसके अलावा हमारे पास 17 बेड की नर्सरी है जो और छोटे बच्चों के लिए, उसमें भी हमने 5 बेड आरक्षित किए हैं कोविड पॉजिटिव बच्चों के लिए। इसके अलावा जो भी बाकी ज़रूरतें हैं, जैसे ऑक्सीजन चाहिए उनके लिए या अदर मेडिसिन चाहिए, वो हमारे पास पर्याप्त मात्रा में है। आइडेंटिफिकेशन हमने कर ली है और जैसे जैसे अगर कोई केस आते हैं तो हमारे पास अभी पूरे हमने संसाधन बना रखे हैं, जगह है हमारे पास। अभी तक हमारे पास ज़िले में कोई भी एक केस नहीं आया है बच्चे का जो कोविड पॉजिटिव रहा। और इसके अतिरिक्त हमारे पास बच्चों के लिए 3 पीडियाट्रिशियन हैं गवर्नमेंट सेक्टर में, हमारे ट्रेंड स्टाफ नर्स हैं जो निकू में पीकू में ट्रेंड हैं, और जो लॉजिस्टिक्स हैं इसके जो भी इंजेक्शंस लगने हैं वो सारे हमारे पास उपलब्ध हैं। इसके अलावा जो हमारी जो आशा वर्कर्स हैं वो विलेज में जाके सर्वेज भी कर रही हैं, खास करके उनको इंस्ट्रक्शन अब बच्चों के सर्वे करने की भी दी है अर्बन एरियाज़ में भी, तो उनमें किसी तरह के खांसी जुकाम के लक्षण अगर हैं तो उनके भी कोरोना टेस्टिंग करवाई जाए। और ख़ास करके ऐसे घरों में जहाँ पे पहले अडल्ट जो भी थे वो पॉजिटिव रहे हों, उनके बच्चे जो संपर्क में आए हैं उनके भी द्वारा रीटेस्टिंग की योजना बनाई गई है, ताकि जल्द ही हम इस चीज़ को पता कर पाएँ, कोरोना को पकड़ पाएँ और जल्दी इलाज करके उनको गंभीर बीमारी होने से बचाया जाए। हम इसके अंदर मॉडरेट कैटेगरी तक के बच्चे इसमें रख पाएंगे। इसके अलावा जो हमारे पास पीडियाट्रिक एक वेंटिलेटर होता है वो अभी हमारे पास उपलब्ध नहीं है, जिसकी डिमांड की गई है। बाकी नर्सरी है, पैरामीटर्स हैं हमारे पास, और ऑक्सीजन है, यहाँ तक के जो मॉडरेट कंडीशन के जो होते हैं वो हमारे पास अभी अवेलेबल हैं। ਫਾਜ਼ਿਲਕਾ 'ਚ ਵੀ ਤਿਆਰੀਆਂ ਪੂਰੀਆਂ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਧਿਕਾਰੀ ਅਨਿਲ ਧਾਮੂ ਨੇ ਦੱਸਿਆ, ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ ਹੁਣ ਕੋਵਿਡ ਦੇ ਕੇਸ ਕਾਫੀ ਘਟ ਗਏ ਹਨ, ਪਰ ਜ਼ਿਲ੍ਹਾ ਫਾਜ਼ਿਲਕਾ ਵੱਲੋਂ ਆਉਣ ਵਾਲੇ ਸਮੇਂ ਵਾਸਤੇ ਸਿਹਤ ਵਿਭਾਗ ਵੱਲੋਂ ਤਿਆਰੀਆਂ ਪੂਰੀਆਂ ਹਨ। ਪਹਿਲਾਂ ਸਾਡੇ ਕੋਲ ਲੈਵਲ 2 ਇੱਕੋ ਹੀ ਹਸਪਤਾਲ ਕੰਮ ਕਰ ਰਿਹਾ ਸੀਗਾ ਜਲਾਲਾਬਾਦ ਵਿਖੇ, ਪਰ ਹੁਣ ਸਾਡੇ ਕੋਲ ਰਾਮਸਰਾ ਵਿਖੇ ਵੀ ਇੱਕ ਹਸਪੀਟਲ ਜਿਹੜਾ ਲੈਵਲ 2 ਦੇ ਤੌਰ ਤੇ ਕੰਮ ਕਰ ਰਿਹਾ ਹੈ, ਔਰ ਹੁਣੇ ਫਾਜ਼ਿਲਕਾ ਵਿੱਚ ਵੀ ਇੱਕ ਕੋਵਿਡ ਕੇਅਰ ਸੈਂਟਰ ਸਥਾਪਿਤ ਕਰ ਦਿੱਤਾ ਗਿਆ ਹੈ। ਇਸ ਕਰਕੇ ਲੋਕਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਬਲਕਿ ਹਰ ਇੱਕ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਸਮਾਜਿਕ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਘਰ ਤੋਂ ਬਾਹਰ ਨਿਕਲਣ ਲੱਗਿਆਂ ਮਾਸਕ ਲੱਗਿਆ ਹੋਵੇ, ਔਰ ਨਾਲ ਹੀ ਵਾਰ-ਵਾਰ ਹੱਥ ਧੋਣੇ ਯਕੀਨੀ ਬਣਾਏ ਜਾਣ, ਔਰ ਜਿੰਨਾ ਜਲਦੀ ਹੋ ਸਕੇ ਨਜ਼ਦੀਕੀ ਟੀਕਾਕਰਨ ਕੇਂਦਰ ਵਿੱਚ ਜਾ ਕੇ ਆਪਣਾ ਟੀਕਾਕਰਨ ਜ਼ਰੂਰ ਕਰਾਉਣ। ਜੈ ਹਿੰਦ।
ਕੇਂਦਰ ਸਰਕਾਰ ਵੱਲੋਂ CBSE ਦੀਆਂ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਨੇ। ਹਰਿਆਣਾ ਸਕੂਲ ਸਿੱਖਿਆ ਬੋਰਡ ਨੇ ਵੀ ਪ੍ਰੀਖਿਆਵਾਂ ਨਾ ਲੈਣ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਤੇ ਪ੍ਰਤੀਕਰਮ ਦਿੰਦਿਆਂ DAV ਪੁਲਿਸ ਲਾਈਨ ਸਕੂਲ ਅੰਬਾਲਾ ਦੇ ਪ੍ਰਿੰਸੀਪਲ डॉक्टर विकास कोहली ने दस्या, देखिए वक्त के अनुसार ये सही डिसीजन है। बाकी हम CBSE से भी ये उम्मीद करते हैं कि वो जो भी पॉलिसी बनाए वो चाइल्ड सेंटर्ड हो, ऑब्जेक्टिव हो और उससे बच्चों का कोई नुकसान ना हो। दूसरा, CBSE ने एक बहुत अच्छी पहल की है कि जो पेरेंट्स या अध्यापक या बच्चे इस डिसीज़न से ताल्लुक़ नहीं रखते, उनको ये पसंद नहीं है, तो जब समय ठीक होगा, कोविड चला जाएगा, तो उनके पुनः एग्जाम हो सकते हैं। पंचकुला ਦੇ ਰੱਤੇਵਾਲੀ ਸਕੂਲ ਦੀ ਪ੍ਰਿੰਸੀਪਲ ਸਾਧਨਾ ਨੇ ਇਸ ਨੂੰ ਸਹੀ फैसला दस्या। जो कल सरकार का पेपर रद्द करने का निर्णय है वो बड़ा ही अच्छा निर्णय है। इस निर्णय से कई बच्चों को दुख तो जरूर हुआ होगा, क्योंकि बच्चों ने सारा साल मेहनत की। अगर वो एग्ज़ाम ना दें तो उनको लगता ही नहीं कि हम पास हुए हैं या कुछ हमने किया है। पर बच्चों की हेल्थ को देखते हुए अगर एग्ज़ाम होते तो इससे सिर्फ बच्चे ही नहीं, कई लोग प्रभावित होते, जो पेपर चेक करते, जो कोऑर्डिनेट करते, और बच्चे तो सबसे ज़्यादा प्रभावित होते। तो सरकार का ये निर्णय पेपर रद्द करने का बड़ा ही अच्छा निर्णय है। मैं इससे सहमत हूँ। फरीदाबाद तो एक विद्यार्थी दी माता ने कहा, नमस्कार, मैं एकता रमन बोल रही हूँ फरीदाबाद से, और एज अ पेरेंट मैं ये कहना चाहूँगी कि सरकार का जो निर्णय है 12वीं कक्षा की बोर्ड परीक्षाओं को कैंसिल कर देने का, वो बहुत ही बेहतरीन है और मैं उसका स्वागत करती हूँ। क्योंकि माना के बहुत से बच्चे ऐसे हैं जिन्होंने बहुत मेहनत करके तैयारी की है एग्जाम्स की, और ट्यूशन्स लिए, अपने दोस्तों से मिलना छोड़ दिया, पढ़ाई को इतना ध्यान दिया, इतना समय दिया। ऐसे बच्चे निराश भी हो रहे हैं, लेकिन मैं उन सबसे और उन सब की तरफ से यही सोचती हूँ कि अगर जान है तो जहान है। ये हमारा भविष्य है, हमारे देश का भविष्य है। अगर ये सुरक्षित रहते हैं, क्योंकि अभी हमें ये भी नहीं मालूम कि एक थर्ड वेव आनी है या नहीं, और वो किसको नुकसान पहुंचाएगी। तो ऐसे में इन बच्चों की सेहत का ध्यान रखते हुए सरकार ने जो निर्णय लिया, ये बहुत ही आवश्यक था। और जितनी चिंता हमें है उतनी ही सरकार और शिक्षा विभाग को भी है। तो इस साल नहीं तो अगले साल जब हमारा जीवन सामान्य हो जाएगा, सब कुछ ठीक हो जाएगा, तो परीक्षाएं भी हो सकती हैं। धन्यवाद। पंचकुला तो 12वीं ਦੀ ਵਿਦਿਆਰਥਣ ਨਿਕਿਤਾ ਵੀ ਇਸ फैसले तो खुश है। मेरा नाम निकिता है। मैं गवर्नमेंट सीनियर सेकेंडरी स्कूल रत्तेवाली विद्यालय में पढ़ती हूँ। मैं 12th कक्षा में पढ़ती हूँ। अभी हमारे बोर्ड के एग्जाम होने वाले थे, सरकार ने इन्हें कैंसिल कर दिया। मुझे दुख तो बहुत हुआ, क्योंकि पूरा साल मेहनत करने के बाद एग्जाम के दिनों में अचानक से न्यूज मिली। लेकिन भारत सरकार ने जो भी किया वो हमारे स्वास्थ्य के लिए किया है, क्योंकि जान है तो जहान है। वैसे भी कोरोना के केस बहुत बढ़ रहे थे, तो मैं भारत सरकार के इस फैसले से पूर्णतः सहमत हूँ। ਇਸ ਦੇ ਨਾਲ ਹੀ ਸਮਾਚਾਰ ਦਰਸ਼ਨ ਦਾ ਇਹ ਅੰਕ ਖਤਮ ਹੁੰਦਾ ਹੈ। पेशकश अश्विनी कुमार शर्मा, वाचिका चंचल शर्मा, विशेष पेशकारी सहायक रमेश कपूर, पेशकारी सहायक सुखविंदर सिंह।